ਹੁਣ ਲੋਕਾਂ ਨੂੰ ਧਰਨੇ ਦੇਣੇ ਪੈ ਰਹੇ ਨੇ। ਲੋਕ ਆਪਣੇ ਬੱਚਿਆਂ ਸਮੇਤ ਸੜਕਾਂ ਤੇ ਨੇ। 10 ਤੋਂ 15 ਘੰਟਿਆਂ ਦੇ ਕੱਟ ਨੇ। ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਨੂੰ ਗਹਿਣੇ ਰੱਖਤਾ, ਪੰਜਾਬ ਨੂੰ ਗਿਰਵੀ ਰੱਖਤਾ। ਚੋਣਾਂ ਦੇ ਵਾਅਦੇ 'ਚ ਇੱਕ ਬਹੁਤ ਵੱਡਾ ਵਾਅਦਾ ਇਹ ਵੀ ਸੀ ਕਿ ਅਸੀਂ ਆਉਣ ਸਾਰ ਅਕਾਲੀ ਦਲ ਬੀਜੇਪੀ ਗਵਰਨਮੈਂਟ ਵੱਲੋਂ ਕੀਤੇ ਹੋਏ ਲੋਕ ਮਾਰੂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤਿਆਂ ਨੂੰ ਰੱਦ ਕਰਾਂਗੇ। ਤੇ ਸੋਸ਼ਲ ਮੀਡੀਆ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਸਾਡੀ ਇਸ ਪ੍ਰੈਸ ਕਾਨਫਰੰਸ ਦੇ ਜਿਹੜੇ ਮੁੱਦੇ ਨੇ ਉਹ ਪਹੁੰਚਾਉਣੇ ਨੇ। ਬੜੇ ਗੰਭੀਰ ਮੁੱਦੇ ਤੇ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਆਏ ਹਾਂ ਤਾਂ ਕਿ ਜਨਤਾ ਨੂੰ ਪਤਾ ਲੱਗੇ ਕਿ ਸਰਕਾਰ ਦਾ ਅਸਲੀ ਚਿਹਰਾ ਕੀ ਹੈ ਤੇ ਬਾਹਰੋਂ ਕੀ ਦਿਖਾਇਆ ਜਾ ਰਿਹਾ ਹੈ ਤੇ ਜਿਹੜੀ ਸਰਕਾਰ ਦੀ ਭਾਈਵਾਲ ਪਾਰਟੀ ਹੈ, ਕੈਪਟਨ ਦੀ ਭਾਈਵਾਲ ਪਾਰਟੀ ਹੈ ਅਕਾਲੀ ਦਲ, ਉਹਦਾ ਵੀ ਕੀ ਚਿਹਰਾ ਹੈ ਤੇ ਬਾਹਰੋਂ ਕੀ ਦਿਖਾਇਆ ਜਾ ਰਿਹਾ, ਅਸਲੀ ਕੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਨੂੰ ਗਹਿਣੇ ਰੱਖਤਾ, ਪੰਜਾਬ ਨੂੰ ਗਿਰਵੀ ਰੱਖਤਾ। ਅਸੀਂ ਇਹ ਗੱਲ ਬਾਰ-ਬਾਰ ਕਹਿੰਦੇ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੀ ਸਰਕਾਰ ਦੀਆਂ ਨੀਤੀਆਂ ਹੀ ਅੱਗੇ ਵਧਾ ਰਹੇ ਨੇ। ਹੁਣ ਇਹ ਗੱਲ ਸਾਬਤ ਹੋ ਗਈ ਜਦੋਂ ਬਿਜਲੀ ਦਾ ਸੰਕਟ ਜਿਹੜਾ ਹੈ ਪੰਜਾਬ ਦੇ ਵਿੱਚ ਇੰਨਾ ਭਾਰੀ ਹੋ ਗਿਆ ਕਿ ਲੋਕ ਤਰਾਈ ਕਰ ਰਹੇ ਨੇ। ਹਰ ਵਰਗ ਆਪਦੇ ਹੱਕਾਂ ਵਾਸਤੇ ਸੰਘਰਸ਼ ਕਰ ਰਿਹਾ, ਸੜਕਾਂ ਤੇ ਧਰਨੇ ਦਿੱਤੇ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਇੱਕ ਫੇਲ ਸ਼ਾਸਕ ਸਾਬਤ ਹੋਏ ਨੇ। ਲੋਕਾਂ ਨੇ 2017 ਦੇ ਵਿੱਚ ਬਹੁਤ ਸਾਰਾ ਮਾਨ ਸਨਮਾਨ ਦਿੱਤਾ ਸੀ। ਜਿੰਨਾ ਮਾਨ ਸਨਮਾਨ ਦਿੱਤਾ ਸੀ ਉਦੋਂ ਹੀ ਵੱਧ, ਕਿਤੇ ਵੱਧ ਲੋਕਾਂ ਦਾ ਦਿਲ ਤੋੜਿਆ ਕੈਪਟਨ ਅਮਰਿੰਦਰ ਸਿੰਘ ਜੀ ਨੇ। ਅੱਜ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨੀ ਹੈ। ਚੋਣਾਂ ਦੇ ਵਾਅਦੇ 'ਚ ਇੱਕ ਬਹੁਤ ਵੱਡਾ ਵਾਅਦਾ ਇਹ ਵੀ ਸੀ ਕਿ ਅਸੀਂ ਆਉਣ ਸਾਰ ਅਕਾਲੀ ਦਲ ਬੀਜੇਪੀ ਗਵਰਨਮੈਂਟ ਵੱਲੋਂ ਕੀਤੇ ਹੋਏ ਲੋਕ ਮਾਰੂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤਿਆਂ ਨੂੰ ਰੱਦ ਕਰਾਂਗੇ ਆਉਣ ਸਾਰ। ਪਰ ਉਹਨਾਂ ਨੂੰ ਰੱਦ ਨਾ ਕਰਕੇ ਉਹਨਾਂ ਸਮਝੌਤਿਆਂ ਨੂੰ ਹੀ ਅੱਗੇ ਵਧਾ ਕੇ ਅੱਜ ਇਹ ਬਿਜਲੀ ਦਾ ਸੰਕਟ ਪੈਦਾ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਅਕਾਲੀ ਦਲ ਤੇ ਭਾਜਪਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ। ਹੁਣ ਲੋਕਾਂ ਨੂੰ ਧਰਨੇ ਦੇਣੇ ਪੈ ਰਹੇ ਨੇ। ਲੋਕ ਆਪਣੇ ਬੱਚਿਆਂ ਸਮੇਤ ਸੜਕਾਂ ਤੇ ਨੇ। 10 ਤੋਂ 15 ਘੰਟਿਆਂ ਦੇ ਕੱਟ ਨੇ। ਇਕੱਲਾ ਘਰੇਲੂ ਸੈਕਟਰ ਨਹੀਂ, ਖੇਤੀ ਸੈਕਟਰ 'ਚ ਵੀ ਕੱਟ ਨੇ। 8 ਘੰਟੇ ਬਿਜਲੀ ਨਹੀਂ ਮਿਲ ਰਹੀ। ਝੋਨੇ ਦੀਆਂ ਫਸਲਾਂ ਲੋਕਾਂ ਨੂੰ ਵਾਹੁਣੀਆਂ ਪੈ ਰਹੀਆਂ ਨੇ ਕਿ ਛੱਡੋ ਪਰੇ, ਆਪਣਾ ਠੇਕਾ ਵੀ ਨਹੀਂ ਪੂਰਾ ਹੋਣਾ ਕਿਉਂਕਿ ਡੀਜ਼ਲ ਇੰਜਣ ਚਲਾ ਕੇ ਜਾਂ ਜਨਰੇਟਰ ਚਲਾ ਕੇ ਡੀਜ਼ਲ ਜਿਹੜਾ ਉਹ 90-92 ਰੁਪਏ ਲੀਟਰ ਹੋਇਆ ਪਿਆ ਤਾਂ ਬਿਲਕੁਲ ਹੀ ਵਾਰਾ ਨਹੀਂ ਖਾਂਦਾ। ਤੇ ਹੁਣ ਇੰਡਸਟਰੀ ਨੂੰ ਇਹ ਕਿਹਾ ਜਾ ਰਿਹਾ ਹੈ, ਕੈਪਟਨ ਸਾਹਿਬ ਕਹਿੰਦੇ ਸੀ ਮੈਂ ਇੰਡਸਟਰੀ ਲੈ ਕੇ ਆਉਂਗਾ ਇੱਥੇ, ਪਰ ਜਿਹੜੀ ਇੰਡਸਟਰੀ ਪਹਿਲਾਂ ਹੀ ਕਰੋਨਾ ਦੀ ਮਾਰ ਚੱਲ ਰਹੀ ਸੀ, ਲੋਕਡਾਊਨ ਕਰਕੇ ਬੰਦ ਪਈਆਂ ਫੈਕਟਰੀਆਂ ਸੀ, ਪਰ ਬੰਦ ਪਈਆਂ ਫੈਕਟਰੀਆਂ ਨੂੰ ਵੀ ਬਿਜਲੀ ਦੇ ਫਿਕਸ ਚਾਰਜ ਜਿਹੜੇ ਨੇ ਉਹਨਾਂ ਦੇ ਬਿੱਲ ਆਏ ਸੀ। ਹੁਣ ਫੈਕਟਰੀਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ 2 ਦਿਨ ਬੰਦ ਕਰੋ, ਹੁਣ ਹਫ਼ਤੇ 'ਚੋਂ 48 ਘੰਟੇ ਲਗਾਤਾਰ ਬੰਦ ਰੱਖੋ ਕਿਉਂਕਿ ਸਾਡੇ ਕੋਲ ਬਿਜਲੀ ਹੈ ਨਹੀਂ। ਉਹ ਫੈਕਟਰੀਆਂ ਵਾਲੇ ਵੀ ਕਹਿੰਦੇ ਨੇ, ਇੰਡਸਟਰੀਲਿਸਟ, ਕਿ ਜਦ ਤਾਂ ਇਹ ਫੈਸਲਾ ਜਿਹੜਾ ਵਾਪਸ ਲਓ 2 ਦਿਨ ਵਾਲਾ, ਅਸੀਂ ਤਾਂ ਪਹਿਲਾਂ ਹੀ ਮਾਰੇ ਪਏ ਹਾਂ ਮੰਦੇ ਦੇ, ਜਾਂ ਫਿਰ ਅਸੀਂ ਆਪਣੀਆਂ ਚਾਬੀਆਂ ਹੀ ਫੜਾ ਦਿੰਦੇ ਕੈਪਟਨ ਸਾਹਿਬ ਤੁਹਾਨੂੰ, ਫੈਕਟਰੀਆਂ ਬੰਦ ਕਰਕੇ ਜਿੰਦੇ ਲਾ ਕੇ ਤਾਲੇ ਲਾ ਕੇ ਤੁਹਾਨੂੰ ਚਾਬੀਆਂ ਦੇ ਦਿੰਦੇ ਹਾਂ। ਇਹ ਸੰਕਟ ਪੈਦਾ ਕਿਉਂ ਹੋਇਆ? ਇਸ ਵਕਤ ਰੋਪੜ ਵਾਲੇ ਥਰਮਲ ਪਲਾਂਟ ਦੇ ਯੂਨਿਟ ਬੰਦ ਨੇ, ਦੋਨੋਂ ਲਹਿਰਾ ਮੁਹੱਬਤ ਵਾਲੇ ਦੇ ਬੰਦ ਨੇ। ਜਿਹੜੇ 3 ਥਰਮਲ ਪਲਾਂਟ ਪ੍ਰਾਈਵੇਟ ਨੇ, ਚਿੱਟੇ ਹਾਥੀ ਕਹੂੰਗਾ ਮੈਂ ਉਹਨਾਂ ਨੂੰ, ਜਿਹੜੇ ਚਿੱਟੇ ਹਾਥੀ ਜਿਨ੍ਹਾਂ ਬਾਰੇ ਸੁਖਬੀਰ ਬਾਦਲ ਹੋਰੀ ਸਮਝੌਤੇ ਕਰਕੇ ਗਏ ਨੇ, ਉਹਨਾਂ ਨੇ ਸਮਝੌਤਿਆਂ 'ਚ ਕੀ ਹੈ ਕਿ ਜੇ ਤੁਸੀਂ ਸਾਲ ਦੇ ਵਿੱਚੋਂ 91 ਦਿਨ ਜਾਣੀ ਕਿ ਲਗਭਗ 3 ਮਹੀਨਿਆਂ ਤੋਂ 1 ਦਿਨ ਉੱਪਰ ਨਹੀਂ ਵੀ ਸਾਨੂੰ ਆਪਣਾ ਥਰਮਲ ਪਲਾਂਟ ਚਲਾ ਕੇ ਬਿਜਲੀ ਦਿਓਗੇ, ਸਰਕਾਰ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੀ, ਪਰ ਤੁਹਾਨੂੰ ਪੈਸੇ ਦੇ ਦਾਂਗੇ ਅਸੀਂ। ਉਹਨਾਂ ਨੂੰ ਕੀ ਲੋੜ ਹੈ ਜੀ ਹੁਣ ਖਰਚਾ ਕਰਕੇ ਬਿਜਲੀ ਬਣਾਉਣ ਦੀ? ਪੈਸੇ ਤਾਂ ਉਹਨਾਂ ਨੂੰ ਮਿਲਣੇ ਨੇ। ਆਲਰੇਡੀ 5400 ਕਰੋੜ ਤੋਂ ਵੱਧ ਇਸ ਸਰਕਾਰ ਦੇ ਵਿੱਚ ਉਹਨਾਂ ਨੂੰ ਪੈਸੇ ਬਿਨਾਂ ਬਿਜਲੀ ਖਰੀਦੇ ਦੇ ਚੁੱਕੇ ਹਾਂ।
ਤਾਂ ਹੁਣ ਆ ਜਾਂਦੇ ਅਕਾਲੀ ਦਲ ਤੇ, ਉਹ ਕਿਹੜੇ ਮੂੰਹ ਨਾਲ ਧਰਨੇ ਪ੍ਰਦਰਸ਼ਨ ਕਰ ਰਹੇ ਨੇ? ਸੁਖਬੀਰ ਬਾਦਲ ਜੀ ਤੁਸੀਂ ਦੱਸੋਗੇ ਕਿ ਜਿਹੜੇ 3 ਐਗਰੀਮੈਂਟ ਹੋਏ ਨੇ ਉਹ ਕਿਹਨਾਂ ਨੇ ਕੀਤੇ ਨੇ? ਉਹ 'ਚ ਇਹੋ ਜਿਹੇ ਡੇਂਜਰਸ ਕਲੌਜ਼ ਕਿਹਨੇ ਪਾਏ ਨੇ ਕਿ ਤੁਸੀਂ ਰੱਦ ਵੀ ਨਹੀਂ ਕਰ ਸਕਦੇ? ਤੁਸੀਂ ਹਰ ਗੱਲ ਜਿਹੜੀ ਉਹ ਇੰਡਸਟਰੀਲਿਸਟ ਦੇ, ਉਹਨਾਂ ਦੇ ਥਰਮਲ ਪਲਾਂਟ ਦੇ ਜਿਹੜੀ ਮਾਲਕ ਨੇ, ਉਹਨਾਂ ਦੇ ਹੱਕ 'ਚ ਹੈ ਹਰ ਕਲੌਜ਼ ਐਗਰੀਮੈਂਟ ਦਾ। ਤੇ ਤੁਸੀਂ ਐਗਰੀਮੈਂਟ ਕਰਕੇ ਗਏ ਹੋ, ਤੁਸੀਂ ਪੰਜਾਬ ਦੇ ਹੱਥ ਵੱਢ ਕੇ ਗਏ ਹੋ 20-25 ਸਾਲ ਲਈ, ਤੇ ਹੁਣ ਤੁਸੀਂ ਕਹਿੰਦੇ ਹੋ ਜੀ ਬਿਜਲੀ ਨਹੀਂ ਆਉਂਦੀ, ਪੱਖੀਆਂ ਚੱਕੀ ਫਿਰਦੇ ਆ। ਮਜੀਠੀਆ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਕਿੰਨੇ ਕੁ ਸੋਲਰ ਦੇ ਜਿਹੜੀਆਂ ਲੱਗੇ ਨੇ ਪੰਜਾਬ ਦੇ ਵਿੱਚ ਪਲਾਂਟ, ਉਹ 'ਚ ਤੁਹਾਡੇ ਪਰਿਵਾਰ ਦੇ ਕਿੰਨੇ ਕੁ ਬੰਦੇ ਨੇ? ਇਹ ਦੱਸ ਦਿਓ। ਨਹੀਂ ਮੇਰੇ ਕੋਲ ਪਿਆ ਲਿਸਟ ਸਾਰੀ ਕਿ ਕਿਹਦੇ ਨਾਂ ਤੇ ਤੁਹਾਡੇ ਪਰਿਵਾਰ ਦੇ, ਤੁਹਾਡੇ ਚਾਚੇ ਭਾਈਆਂ ਭਤੀਜਿਆਂ ਦੇ ਨਾਂ ਤੇ ਜਿਹੜੇ ਥਰਮਲ ਜਿਹੜੇ ਸੋਲਰ ਦੀ એનર્ਜੀ ਦੇ ਪਲਾਂਟ ਨੇ ਤੁਹਾਨੂੰ ਮਿਲੇ ਹੋਏ ਨੇ ਠੇਕੇ। ਤੇ ਤੁਸੀਂ ਵੀ ਬਿਜਲੀ ਦੇ ਕਹੀ ਜਾਂਦੇ ਹੋ ਘਾਟ ਹੈ, ਤੁਹਾਡੇ ਤੋਂ ਤਾਂ ਖਰੀਦ ਰਹੇ ਨੇ ਉਹ, ਤੁਹਾਡੇ ਚਾਚਾ ਜੀ ਦੀ ਸਰਕਾਰ ਹੈ। ਕਿਉਂਕਿ ਥਰਮਲ ਪਲਾਂਟ ਬੰਦ ਹੋ ਗਏ, ਉਹ ਕਹਿੰਦੇ ਮੈਂ ਇਸ ਤਾਂ ਇੰਨੇ ਰੇਟ ਤੇ ਵੇਚਾਂਗੇ। ਜਦ ਕਿ ਦਿੱਲੀ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਈ ਤਾਂ ਬਹੁਤ ਮਹਿੰਗੀ ਬਿਜਲੀ ਸੀ, ਪ੍ਰਾਈਵੇਟ ਕੰਪਨੀਆਂ ਸੀ 2, ਉਹਨਾਂ ਨੂੰ ਕਿਹਾ, ਉਹ ਕਹਿੰਦੇ ਨੋ, ਸਾਡੇ ਤਾਂ ਐਗਰੀਮੈਂਟ ਹੋਏ ਨੇ। ਤਾਂ ਅਰਵਿੰਦ ਕੇਜਰੀਵਾਲ ਨੇ ਉਹਨਾਂ ਸਮਝੌਤਿਆਂ ਨੂੰ ਰੱਦ ਕਰਕੇ ਉਹਨਾਂ ਕੰਪਨੀਆਂ ਤੋਂ ਦੀ ਆਡਿਟ ਕਰਵਾ ਕੇ ਤੇ ਅੱਜ ਬਿਜਲੀ ਸਭ ਤੋਂ ਸਸਤੀ ਹੈ ਤੇ 24 ਘੰਟੇ ਹੈ। ਕੀ ਗੱਲ ਵੀ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਤੁਸੀਂ ਆਪਦੇ ਤਾਂ ਸਾਰੇ ਬੰਦ ਕਰ ਲਏ, ਆਪਣੇ ਨੈਣ ਮੈਨੂੰ ਦੇ ਤੂੰ ਮਟਕਾਉਂਦੀ ਫਿਰ, ਉਹ ਗੱਲ ਹੈ। ਆਪਣੇ ਤਾਂ ਤੁਸੀਂ ਥਰਮਲ ਪਲਾਂਟ ਸਾਰੇ ਬੰਦ ਕਰ, ਬਠਿੰਡੇ ਵਾਲਾ ਤਾਂ ਢਾਉਣ ਲੱਗੇ ਆ ਤੇ ਬਾਕੀ ਬੰਦ ਕਰ ਲਏ। ਰਹਿ ਗਏ ਆਪਾਂ ਪ੍ਰਾਈਵੇਟ ਹੱਥਾਂ 'ਚ। ਪ੍ਰਾਈਵੇਟ ਮਨਮਰਜ਼ੀ ਹੈ ਉਹਨਾਂ ਦੀ, ਜਦੋਂ ਮਰਜ਼ੀ ਚਲਾਉਣ, ਜਦੋਂ ਮਰਜ਼ੀ ਨਾ ਚਲਾਉਣ, ਕਿਉਂਕਿ ਐਗਰੀਮੈਂਟ ਹੋਇਆ। ਪੈਸੇ ਤੁਹਾਨੂੰ ਮਿਲਣੇ ਨੇ ਇੰਨੇ ਪੈਸੇ, 25,000 ਮਤਲਬ 60,000 ਤੋਂ 60,000 ਕਰੋੜ ਦੇ ਨੇੜੇ ਉਹਨਾਂ ਨੂੰ ਦੇਣਾ ਪੈਣਾ ਐਗਰੀਮੈਂਟ ਤੋਂ ਲੈ ਕੇ ਜਦੋਂ ਤੱਕ ਉਹਨਾਂ ਦੇ ਐਗਰੀਮੈਂਟ ਖਤਮ ਹੋ ਸਕਦੇ ਨੇ ਐਗਰੀਮੈਂਟ ਵਿਧਾਨ ਸਭਾ 'ਚ। ਤਾਂ ਹੁਣ ਕੈਪਟਨ ਸਾਹਿਬ ਕਿੱਥੇ ਨੇ? ਲੋਕ ਤਾਂ ਤਰਾਈ ਕਰ ਰਹੇ ਨੇ, ਲੋਕ ਤਾਂ ਸੜਕਾਂ ਤੇ ਬੈਠੇ ਨੇ, ਰਾਤਾਂ ਕੱਟ ਰਹੇ ਨੇ ਸੜਕਾਂ ਤੇ। ਕਿਸਾਨ ਜਿਹੜੇ ਨੇ ਉਹ ਆਪਣੀ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਲਈ ਤਰਸ ਰਹੇ ਨੇ, ਤੇ ਕੈਪਟਨ ਸਾਹਿਬ ਕੀ ਕਰ ਰਹੇ ਨੇ? ਕੈਪਟਨ ਸਾਹਿਬ ਸਿਸਮਾਂ ਵਾਲੇ ਮਹਿਲ 'ਚ ਆਪਣੀ ਕੁਰਸੀ ਬਚਾਉਣ ਵਾਸਤੇ ਆਪਣੇ ਐਮਐਲਏ ਨੂੰ ਸ਼ਾਨਦਾਰ ਸ਼ਾਹੀ ਭੋਜਨ ਦੇ ਰਹੇ ਨੇ। 36 ਪ੍ਰਕਾਰ ਦੇ ਭੋਜਨ ਵਿਅੰਜਨ ਖਵਾਏ ਜਾ ਰਹੇ ਨੇ ਉਹਨਾਂ ਨੂੰ, ਠੰਡੇ ਵੱਡੇ ਏਸੀ ਕਮਰਿਆਂ 'ਚ ਬਿਠਾ ਕੇ। ਤੇ ਬਾਕੀ ਅੱਧੀ ਸਰਕਾਰ ਦਿੱਲੀ ਬੈਠੀ ਹੈ, ਉਹ ਉੱਥੋਂ ਕੋਈ ਕੁਰਸੀ ਬਚਾਉਂਦਾ ਫਿਰਦਾ, ਕੋਈ ਆਹ ਬਣਾ ਦਿਓ, ਕੋਈ ਮੈਨੂੰ ਉਹ ਬਣਾ ਦਿਓ। ਪੰਜਾਬ ਦੇ ਲੋਕਾਂ ਦਾ ਕੋਈ ਹੈ ਵਾਲੀ ਵਾਰਸ? ਇਸੇ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਉਸ ਦਿਨ ਕਿਹਾ ਸੀ ਕਿ ਸਾਡਾ ਜਿਹੜਾ ਦਿੱਲੀ ਦਾ ਮਾਡਲ ਹੈ ਉਹ ਪੰਜਾਬ 'ਚ ਕਾਮਯਾਬ ਜ਼ਿਆਦਾ ਹੋਊਗਾ, ਕਿਉਂਕਿ ਦਿੱਲੀ ਤਾਂ ਬਿਜਲੀ ਖਰੀਦਦੀ ਹੈ, ਪੰਜਾਬ ਦੇ ਵਿੱਚ ਬਿਜਲੀ ਆਪਣੀ ਹੈ। ਉਹ ਸੁਖਬੀਰ ਬਾਦਲ ਅੱਜ ਪੱਖੀਆਂ ਚੱਕੀ ਫਿਰਦਾ, ਜਿਹੜਾ ਕਹਿੰਦਾ ਸੀ ਪਾਕਿਸਤਾਨ ਨੂੰ ਬਿਜਲੀ ਵੇਚਿਆ ਕਰਾਂਗੇ। ਸੋ ਇਸ ਕਰਕੇ ਇਹ ਸਭ ਦੋ ਰਲੇ ਹੋਏ ਨੇ ਸਾਰੇ ਮਾਫੀਏ। ਜਿਹੜਾ ਬਿਜਲੀ ਮਾਫੀਆ ਇਹ ਵੀ ਸ਼ੁਰੂ ਕੀਤਾ ਅਕਾਲੀ ਦਲ ਤੇ ਬੀਜੇਪੀ ਸਰਕਾਰ ਨੇ, ਅੱਗੇ ਵਧਾਇਆ ਕੈਪਟਨ ਨੇ। ਕੇਬਲ ਮਾਫੀਆ ਵੀ ਇਦਾਂ ਹੀ, ਟਰਾਂਸਪੋਰਟ ਮਾਫੀਆ ਵੀ ਇਦਾਂ ਹੀ, ਰੇਤ ਮਾਫੀਆ। ਕੱਲ ਪਰਸੋਂ ਤੁਸੀਂ ਦੇਖਿਆ ਹੋਣਾ ਸੁਖਬੀਰ ਬਾਦਲ ਬਿਆਸ 'ਚ ਖੱਡਾਂ ਤੇ ਛਾਪੇ ਮਾਰਦਾ ਫਿਰਦਾ ਸੀ। ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ, ਕਹਿੰਦੇ ਵੀ ਇਹਦੇ ਬਾਰੇ ਕੀ ਕਹੋਗੇ? ਮੈਂ ਕਿਹਾ ਇਹਦੇ ਬਾਰੇ ਕੀ ਕਹਿਣਾ, ਉਹ ਛਾਪਾ ਮਾਰਨ ਥੋੜੀ ਗਿਆ, ਉਹ ਆਪਦੇ ਹਿਸਾਬ ਕਿਤਾਬ ਕਰਨ ਗਿਆ। ਉਹ ਪੁਰਾਣਾ ਮਾਲਕ ਹੈ ਉਹਨਾਂ ਦਾ, ਉਹੀ ਤਾਂ ਕੰਮ ਕਰਦੇ ਸੀ ਪਹਿਲਾਂ ਉਹ, ਤੇ ਹਜੇ ਹੋਰ 'ਚ ਵੀ ਜਾਊਗਾ। ਮੈਂ ਕਹਿੰਦਾ ਸੀ ਨਾਲ ਰੋਜੀ ਬਰਕੰਦੀ ਨੂੰ ਵੀ ਲੈ ਜਾਂਦਾ, ਜਿਹਦਾ ਨਾਮ ਲੋਕਾਂ ਨੇ ਰੇਤਾ ਬਰਕੰਦੀ ਰੱਖਿਆ ਹੋਇਆ। ਤੇ ਮਾਈਨਿੰਗ ਦਾ ਕੰਮ ਸ਼ੁਰੂ ਤਾਂ ਤੁਸੀਂ ਕੀਤਾ, ਹੁਣ ਤੁਸੀਂ ਦੇਖੀ ਜਾਂਦੇ ਵੀ ਉਹ ਟਿੱਪਰ ਜਾਂ ਤਾਂ ਇਹ ਦੇਖਦਾ ਵੀ ਉਹ ਦੇਖੋ ਉੱਥੇ ਪਹਿਲਾਂ ਸਾਡੇ ਟਿੱਪਰ ਚੱਲਦੇ ਹੁੰਦੇ ਸੀ, ਹੁਣ ਸਾਨੂੰ ਥੋੜਾ ਜਿਹਾ ਹਿੱਸਾ ਮਿਲਦਾ, ਜ਼ਿਆਦਾ ਨਹੀਂ ਮਿਲਦਾ। ਸ਼ਰਮ ਹੋਣੀ ਚਾਹੀਦੀ ਹੈ ਇਹਨਾਂ ਨੂੰ। ਪੰਜਾਬ ਦਾ ਕਣ ਵੇਚ ਕੇ ਖਾ ਗਏ, ਮਿੱਟੀ ਪੰਜਾਬ ਦੀ ਵੇਚ ਕੇ ਖਾ ਗਏ, ਟਰਾਂਸਪੋਰਟ ਪੰਜਾਬ ਦੀ ਵੇਚ ਕੇ ਖਾ ਗਏ, ਢਾਬੇ ਪੰਜਾਬ ਦੇ ਖਾ ਗਏ, ਸੜਕਾਂ ਪੰਜਾਬ ਦੀਆਂ ਵੇਚ ਕੇ ਖਾ ਗਏ। ਕਹਿੰਦਾ ਸੀ ਐਡੀਆਂ ਸੜਕਾਂ ਬਣਾ ਦਾਂਗੇ, ਬਣਾਤੀਆਂ। ਹੁਣ ਕਹਿੰਦਾ ਸੜਕਾਂ ਬਣਾਤੀਆਂ, ਪਰ ਹਰ 40 ਕਿਲੋਮੀਟਰ ਬਾਅਦ ਇੱਕ ਨਾਕਾ ਲੱਗਿਆ ਹੋਇਆ। ਲਿਆਓ ਜੀ ਇੰਨੇ ਪੈਸੇ, ਲਿਆਓ ਜੀ। ਉਹ ਪ੍ਰਾਈਵੇਟ ਕੰਪਨੀਆਂ ਨੇ ਸੜਕਾਂ ਬਣਾਈਆਂ ਨੇ। ਸੋ ਬਿਜਲੀ ਦਾ ਜਿਹੜਾ ਸੰਕਟ ਹੈ, ਇਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਜ਼ਿੰਮੇਦਾਰ ਹੈ। ਲੋਕ ਤਾਂ ਚਲੋ ਜਿੱਥੇ ਵੀ ਨਿਕਲਦੇ ਨੇ ਬਾਹਰ, ਉਹਨਾਂ ਕੋਲ ਤਾਂ ਜਾਂ ਹਾਈਵੇ ਹੈ, ਜਾਂ ਸੜਕ ਹੈ, ਜਾਂ ਬਿਜਲੀ ਘਰ ਹੈ, ਗ੍ਰਿਡ ਹੈ, ਉਹ ਤਾਂ ਉੱਥੇ ਹੀ ਜਾ ਸਕਦੇ ਨੇ। ਪਰ ਅਸੀਂ ਐਲਾਨ ਕਰਦੇ ਹਾਂ ਤੁਹਾਡੇ ਥਰੂ ਕਿ ਕੱਲ ਨੂੰ ਬਿਜਲੀ ਮੰਤਰੀ ਕੌਣ ਹੈ? ਸਾਡਾ ਬਿਜਲੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ। ਅਸੀਂ ਉਹਦੇ ਘਰ ਮੂਹਰੇ ਸਿਸਮਾਂ ਦਾ ਘਰ ਜਿਹੜਾ ਉਹਦਾ ਘੇਰਾਂਗੇ। ਸਾਰੇ ਪੰਜਾਬ ਤੋਂ ਵਲੰਟੀਅਰ ਵਰਕਰ ਅਹੁਦੇਦਾਰ ਸਾਡੇ ਆਉਣਗੇ, ਕਿਉਂਕਿ ਇਕੱਲੇ ਕਿਸੇ ਪੰਜਾਬ ਦੇ ਖਾਸ ਖਿੱਤੇ ਦੀ ਸਮੱਸਿਆ ਨਹੀਂ, ਇਹ ਸਾਰੇ ਪੰਜਾਬ ਦੀ ਸਮੱਸਿਆ, ਸ਼ਹਿਰਾਂ ਦੀ, ਪਿੰਡਾਂ ਦੀ, ਕਸਬਿਆਂ ਦੀ। ਸੋ ਇਹ ਬਿਜਲੀ ਸੰਕਟ ਜਿਹੜਾ
पंजाब दे विच आया, नैशनल न्यूज़ बन गया अज। ਜਦੋਂ कि ਸਾਡੇ ਕੋਲੇ ਭਾਖੜਾ ਡੈਮ है, ਸਾਡੇ ਕੋਲੇ ਰਣਜੀਤ ਸਾਗਰ ਡੈਮ है, मतलब ਸਾਡੇ ਕੋਲੇ ਥਰਮਲ ਪਲਾਂਟ ਆਪਣੇ। ਅਸੀਂ ਤਾਂ ਹੁਣ ਨੂੰ ਅੱਧੇ ਕੰਟਰੀ ਨੂੰ ਬਿਜਲੀ ਵੇਚਦੇ ਹੁੰਦੇ ਜੇ ਕਿਹਦੇ ਨੀਤੀਆਂ ਇਹਨਾਂ ਦੀਆਂ ਸਹੀ ਹੁੰਦੀਆਂ। ਤੇ ਉਤੋਂ ਮਹਿੰਗੀ ਇੰਨੀ ਹੈ ਬਿਜਲੀ। ਉਹ ਤਾਂ ਚਲੋ ਅਸੀਂ ਕਰਤਾ ਐਲਾਨ ਕਿ 300 ਯੂਨਿਟ ਹਰ ਘਰ ਨੂੰ ਮਾਫ ਹੋਊ ਪਰ ਮੰਥ, ਤੇ 600 ਯੂਨਿਟ ਹੋ ਗਿਆ, 2 ਮਹੀਨੇ ਬਾਅਦ ਬਿੱਲ ਆਉਂਦਾ ਹੈ। 600 ਤੋਂ ਉੱਪਰ ਜਿੰਨਾ ਵੀ ਬਿੱਲ ਆਇਆ, ਜਿੰਨੀ ਵੀ ਖਪਤ ਹੋਈ ਉਹਦਾ ਬਿੱਲ ਆਊਗਾ। ਸੋ ਇਹ ਜਦੋਂ ਅਸੀਂ ਐਲਾਨ ਕੀਤਾ ਉਦੋਂ ਦੇ ਲੱਗੇ ਪਏ ਨੇ। ਕਾਂਗਰਸ ਕਹਿੰਦੀ ਸਾਡਾ ਆਈਡੀਆ ਚੋਰੀ ਹੋ ਗਿਆ। ਪੌਣੇ 5 ਸਾਲ ਤਾਂ ਹੋ ਗਏ, ਹੁਣ ਤੁਹਾਡੇ ਆਈਡੀਆ ਕਿਹੜੇ ਰਹਿ ਗਏ? ਜੇ ਆਈਡੀਆ ਹੈਗਾ ਸੀ ਤਾਂ ਪਹਿਲਾਂ ਲਾਗੂ ਕਰ ਲੈਂਦੇ। ਆਈਡੀਆ ਹੈਗਾ ਸੀ ਰਾਜਸਥਾਨ 'ਚ ਕਰ ਲਓ, ਫਿਰ ਹੁਣ ਆਈਡੀਆ ਹੈਗਾ ਸੀ ਫਿਰ ਛੱਤੀਸਗੜ੍ਹ 'ਚ ਕਰ ਲਓ। ਸੋ ਕੋਈ ਆਈਡੀਆ ਨਹੀਂ ਇਹਨਾਂ ਦਾ। ਇਹ ਦਿੱਲੀ 'ਚ ਵੀ ਇਹੀ ਕਹਿੰਦੇ ਸੀ। ਕੈਪਟਨ ਸਾਹਿਬ ਜਦੋਂ ਦਿੱਲੀ ਗਏ ਸੀਗੇ ਪ੍ਰਚਾਰ ਕਰਨ ਵੋਟਾਂ 'ਚ, ਤਾਂ ਲੋਕਾਂ ਨੇ ਪੁੱਛਿਆ ਸੀ ਕਿ ਤੁਹਾਡੇ ਬਿਜਲੀ ਕੀ ਰੇਟ ਹੈ? ਕਹਿੰਦੇ 9 ਰੁਪਈਏ। ਉਹ ਕਹਿੰਦੇ ਫਿਰ ਤੁਸੀਂ ਜਾਓ ਇੱਥੋਂ, ਸਾਡੇ ਤਾਂ ਕੇਜਰੀਵਾਲ ਫ੍ਰੀ 'ਚ ਦੇਈ ਜਾਂਦਾ। ਤਾਂ ਫਿਰ ਉਹ 3 ਦਿਨ ਦਾ ਪ੍ਰੋਗਰਾਮ ਕੈਂਸਲ ਕਰਕੇ 1 ਦਿਨ 'ਚ ਹੀ ਵਾਪਸ ਮੁੜ ਆਈ ਸੀ। ਸੋ ਇਹ ਕੈਪਟਨ ਸਾਹਿਬ ਦਾ ਫੇਲੀਅਰ ਹੈ। ਉਹ ਆਪ ਐਸ਼ਾਂ ਕਰੀ ਜਾਂਦੇ ਆ, ਰਾਜੇ ਮੌਜਾਂ ਕਰਨ, ਹਾਕਮ ਮੌਜਾਂ ਕਰਨ ਤੇ ਲੋਕ ਭੁੱਖੇ ਮਰਨ। ਇਹ ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ। ਤੇ ਹੁਣ ਵੀ ਬਹੁਤੀ ਦੇਰ ਨਹੀਂ ਹੈਗੀ। ਚਲੋ ਕੋਈ ਨਹੀਂ, ਹਾਥੀ ਲੰਘ ਗਿਆ, ਪੂਛ ਰਹਿ ਗਈ। ਤੇ ਲੋਕ ਹੁਣ ਦੁਖੀ ਨੇ। ਲੋਕ ਤੀਜੇ ਬਦਲ ਵਾਸਤੇ ਦੇਖ ਰਹੇ ਨੇ। ਔਰ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਦਾ ਜਿਹੜਾ ਮਾਡਲ ਤੇ ਨਾਲ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ, ਵਾਅਦੇ ਨਹੀਂ ਨਾ ਵਾਂਗੂ ਗਰੰਟੀਆਂ, ਤੇ ਉਹ ਦਿੱਲੀ ਦਾ ਜਿਹੜਾ ਮਾਡਲ ਹੈ ਉਹ ਲਾਗੂ ਹੋਊਗਾ। ਹਾਂ, ਪੰਜਾਬ ਦਾ ਮਾਡਲ ਦਿੱਲੀ ਤੋਂ ਵੀ ਬੈਟਰ ਹੋ ਜਾਊਗਾ, ਕਿਉਂਕਿ ਪੰਜਾਬ ਕੋਲੇ ਆਪਣੀ ਬਿਜਲੀ ਹੈ, ਪੰਜਾਬ ਕੋਲੇ ਆਪਣੇ ਸੋਰਸਿਸ ਨੇ। ਪੰਜਾਬ ਇੱਕ ਫੁੱਲ ਸਟੇਟ ਹੈ। ਦਿੱਲੀ ਦੇ ਵਿੱਚ ਤਾਂ ਉਹਨਾਂ ਨੂੰ ਕੰਮ ਵੀ ਨਹੀਂ ਕਰਨ ਦਿੰਦੇ, ਬਹੁਤ ਸਾਰੀਆਂ ਚੀਜ਼ਾਂ ਤੇ ਉਹਨਾਂ ਨੂੰ LG ਰੋਕ ਦਿੰਦਾ। ਸੋ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਹੈ, ਹੋਰ ਵੀ ਜ਼ਿਆਦਾ ਵੱਡਾ ਵਧੀਆ ਮਾਡਲ ਅਸੀਂ ਪੇਸ਼ ਕਰਾਂਗੇ ਇੱਥੇ। ਤੇ ਇਸ ਕੱਲ੍ਹ ਨੂੰ ਅਸੀਂ 11 ਵਜੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਜਾਣੇ ਜਾ ਕੇ ਕੈਪਟਨ ਸਾਹਿਬ ਨੂੰ ਦੱਸਾਂਗੇ ਕਿ ਥੋੜ੍ਹਾ ਜਿਹਾ ਬਾਹਰ ਨਿਕਲੋ। ਬਾਹਰ ਨਿਕਲ ਕੇ ਦੇਖੋ, ਲੋਕ 50 ਡਿਗਰੀ ਟੈਂਪਰੇਚਰ, 49 ਡਿਗਰੀ ਟੈਂਪਰੇਚਰ 'ਚ ਲੋਕ ਪੱਖੀਆਂ ਲੈ ਕੇ ਜਾਂ ਲੋਕ ਸੜਕਾਂ 'ਤੇ ਬੈਠੇ ਹੈ। ਤੇ ਰਾਤ ਨੂੰ ਵੀ ਲੋਕ ਸੌਂ ਨਹੀਂ ਸਕਦੇ, ਬੱਚੇ ਨਹੀਂ ਸੌਂ ਸਕਦੇ। ਇੱਕ ਪਾਸੇ ਕਹਿੰਦੇ ਹੋ ਕਰੋਨਾ ਹੈ ਤੇ ਤੁਸੀਂ ਘਰਾਂ 'ਚ ਰਹੋ, ਤੇ ਦੂਜੇ ਪਾਸੇ ਬਿਜਲੀ ਹੈ ਨਹੀਂ। ਘਰਾਂ 'ਚ ਕਿਵੇਂ ਰਹਿਣ? ਘਰਾਂ 'ਚ ਤਾਂ ਬਾਹਰ ਆਉਣਾ ਪਊਗਾ। ਹਾਂਜੀ, ਮੈਂ ਜਾਊਂਗਾ। ਹਾਂਜੀ, ਮੇਰੀ ਅਗਵਾਈ ਦੇ ਵਿੱਚ ਇਹ ਪ੍ਰੋਟੈਸਟ ਕੱਲ੍ਹ ਨੂੰ ਹੋਊਗਾ। ਔਰ ਸਿਸਮਾ ਕੋਸ਼ਿਸ਼ ਕਰਾਂਗੇ, ਸਿਸਮਾ ਤੱਕ ਜਿੱਥੇ ਵੀ ਤੱਕ ਜਾਵਾਂਗੇ, ਪਹਿਲੇ ਤਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਮੀਟਰ ਚੈੱਕ ਕਰੀਏ ਅਸੀਂ ਕਿ ਉਹਨਾਂ ਨੂੰ ਕਿੰਨੀਆਂ ਯੂਨਿਟਾਂ ਫੂਕਦੇ ਨੇ। ਉਹ ਵੀ ਪੰਜਾਬ ਦੀ ਉਹ ਬਿਜਲੀ ਹੈ ਨਾ, ਪੰਜਾਬ ਦੀ ਜੁਰੀਡਿਕਸ਼ਨ 'ਚ ਪੈਂਦਾ ਜਿਹੜਾ। ਤੇ ਉਹਨਾਂ ਦੇ ਕਿੰਨੇ ਘੰਟੇ ਕੱਟ ਲੱਗਦੇ ਨੇ ਉੱਥੇ ਮਹਿਲ 'ਚ, ਇਹ ਵੀ ਪਤਾ ਕਰਨਾ ਪਊਗਾ। ਕਿਉਂਕਿ ਹੈ ਜੀ, ਹੌਟਲਾਈਨ ਹੈ ਨਾ, ਉਹੀ ਹੈ ਨਾ, ਉਹੀ ਹੈ ਜੀ। ਕੋਈ ਗੱਲ ਨਹੀਂ। ਲੋਕ ਸਾਰੀਆਂ ਹੌਟਲਾਈਨਾਂ ਬੰਦ ਕਰ ਦਿੰਦੇ ਆ। ਇਹ ਜਿਹੜੇ ਹੈਲੀਕਾਪਟਰਾਂ ਦੀਆਂ ਚਾਬੀਆਂ ਲੋਕਾਂ ਦੇ ਹੱਥ 'ਚ ਨੇ, ਲੋਕ ਹੈਲੀਕਾਪਟਰ ਲਾ ਲੈਂਦੇ ਆ। ਆਹ ਹੌਟਲਾਈਨਾਂ ਦੀਆਂ ਸੁੱਚਾਂ ये लोगों के हाथ ने, लोग ला लेंगे, लोग सुच्चा कट देंगे। अच्छा मान साहब, एक के बाद एक आज नवजोत सिंह सिद्धू ने 9 ट्वीट करे और उन्होंने सुझाव दिए, अपनी सरकार को भी दिए, क्योंकि कैप्टन साहब के पास बिजली महकमा है और पूर्व अकाली सरकार है, उस पर भी उन्होंने कहा कि उन्होंने जो एग्रीमेंट जो आप बात उठा रहे हैं। लेकिन सवाल ये है कि अगर नवजोत सिंह सिद्धू के पास प्लान था तो उनको तो बिजली महकमा कैप्टन साहब दे ही रहे थे, तो उनको रहकर जनता की समस्या दूर करनी चाहिए थी। और खुद वो ये बात कर रहे हैं, लेकिन उनके ऊपर 9.25 लाख रुपये उनका अमृतसर की जो कोठी है उसका बिजली का बिल बकाया। देखो, पहले सवाल का तुसीं आप ही जवाब दिता कि जे नवजोत सिंह सिद्धू होरां कोले कोई प्लान है इदां दा कि उस एग्रीमेंट जिहड़े रद्द हो सकते हैं ते पंजाब च जिहड़ा बिजली दे जिहड़े रिफॉर्म्स आ सकते हैं ते असीं देश दे विच सब तो सस्ती बिजली दे सकते हैं, तो फिर उन्होंने पावर मिनिस्ट्री मिल रही सी तां उन्होंने लै लैनी चाहिए। मैं उदों भी कहा सी कि नवजोत सिंह सिद्धू नूं बिजली मंत्री रह के पंजाब दे विच ये सब तो वड्डा दुख है कि इस दुख की रग नूं, इस जख्म ते मलम लाउणी चाहिए सी। ते मैनूं इस बारे नहीं पता कि उन्हां दे आपदे घर दा बिल भी जिहड़ा कोई बकाया पिया, पर ये तो खैर बिजली महकमा जी, उन्होंने जनप्रतिनिधि आप भी हैं, तो एक आपकी रिस्पॉन्सिबिलिटी भी है कि अगर आप बिजली के मुद्दे पर सवाल उठा रहे हैं तो पहले आप अपना बिल क्लियर करें। इंटरनेट पे पड़ा है सर, हमारे पास बिल आप कहें तो मैं दिखा देता हूँ, ऐसा नहीं है कि हम ऐसे ही कोई। मैं समझ गया, लेकिन मेरे पास संगरूर का घर है, वो रेंट पे है, उसका बिल हम भर के आते हैं। और एक मेरे पास सरकारी घर है दिल्ली में जो MPs को मिलता है, उसका भी जितना बिल होता है NDMC के अंडर आता है वो, तो हम तो पे करते हैं, क्योंकि कल इलेक्शन लड़नी है तो सारा नो ड्यूज़ तो लेने पड़ते हैं सबसे, चाहे पार्लियामेंट की लाइब्रेरी की 4 किताबें भी हो तो उससे भी नो ड्यू लेना पड़ता है। तो हम तो ऐसा कभी नहीं कर चाहेंगे। हाँ जी, आम बंदे का मीटर पंट के लै देखो, अगर कोई आम आदमी हुंदा,
ਕੋਈ ਆਮ ਘਰ ਹੁੰਦਾ ਕਿਸੇ ਪਿੰਡ 'ਚ, ਇੰਨਾ ਬਿੱਲ ਤਾਂ ਹੋਣ ਨਹੀਂ ਦਿੰਦੇ, ਤਾਂ 20-25 ਹਜ਼ਾਰ ਦੇ ਮੀਟਰ ਪੱਟ ਲੈਂਦੇ ਆ, ਮੀਟਰ ਪੱਟ ਕੇ ਲੈ ਜਾਂਦੇ ਆ। ਤੇ ਉਹ ਵਿਚਾਰਾ ਨਾ ਗੁਆਂਢੀਆਂ ਤੋਂ ਕੋਈ ਮਿਹਨਤਾਂ ਕਰਕੇ 2 ਬੱਲਬ ਜਗਾਉਂਦਾ, ਕੋਈ ਕੁੰਡੀ ਲਾਉਂਦਾ। ਪਰ ਬਿਲਕੁਲ ਸਹੀ ਕਿਹਾ ਤੁਸੀਂ ਕਿ ਜਨ ਪ੍ਰਤੀਨਿਧੀ ਜਿਹੜੇ ਨੇ, ਰੋਲ ਮਾਡਲ ਜਿਹੜੇ ਨੇ, ਉਹਨਾਂ ਨੂੰ ਆਪ ਐਗਜ਼ਾਮਪਲਾਂ ਸੈੱਟ ਕਰਨੀਆਂ ਚਾਹੀਦੀਆਂ, ਦੂਜਿਆਂ ਨੂੰ ਕੋਈ ਸੁਝਾਅ ਦੇਣ ਤੋਂ ਪਹਿਲਾਂ। ਤੁਸੀਂ ਕਹਿੰਦੇ ਕਿ ਕੇਜਰੀਵਾਲ ਬਿਜਲੀ ਫ੍ਰੀ ਦਿੰਦੇ ਨੇ, ਕਾਂਗਰਸ ਨੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ, ਦਿੱਲੀ ਦੇ ਬਿੱਲ ਲੈ ਕੇ ਦਿਖਾ ਰਹੇ ਨੇ, ਕੱਲ 2 ਯੂਨਿਟ ਤੇ 3 ਰੁਪਏ ਪੈ ਰਹੇ ਨੇ। ਨਹੀਂ ਦੇਖੋ, ਕਾਂਗਰਸ ਵਾਲੇ ਤਾਂ ਪਹਿਲਾਂ ਵੀ ਇਦਾਂ ਕਰਦੇ ਰਹੇ ਨੇ, ਸੋ ਕਾਂਗਰਸ ਮੇਰੇ ਖਿਆਲ 'ਚ ਦਿੱਲੀ ਬਾਰੇ ਤਾਂ ਬਾਕੀ 2 ਯੂਨਿਟ ਤੇ 3 ਨਹੀਂ ਹੈਗੇ ਜੀ ਸਾਰੇ। ਅਸੀਂ ਬਿੱਲ ਤੁਹਾਨੂੰ ਲਿਆ ਕੇ ਦਿਖਾ ਦਾਂਗੇ। ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ 301 ਤੋਂ ਬਾਅਦ ਸਾਰੇ ਦਾ ਬਿੱਲ ਲੱਗੇਗਾ, 300 ਦਾ ਵੀ ਲਵਾਂਗੇ, ਤੇ ਤੁਸੀਂ ਹੁਣ ਕਹਿ ਰਹੇ ਹੋ ਕਿ 2 ਮਹੀਨੇ ਦਾ 600 ਹੋ ਗਿਆ। ਨਹੀਂ ਉਸ ਦਿਨ ਵੀ ਦੇਖੋ ਉਹਨਾਂ ਨੇ ਇਹ ਕਿਹਾ ਕਿ ਜੋ ਪਹਿਲਾਂ ਫੈਸਿਲਿਟੀ ਇਸ ਵਕਤ ਮਿਲ ਰਹੀ ਹੈ 200 ਵਾਲੀ, ਉਹ 200 ਵਾਲੇ ਐਜ਼ ਇਟ ਜਾਰੀ ਰਹੂਗੀ, 200 ਤੋਂ 300 ਹੋ ਜਾਊਗੀ। ਜੇ ਹੁਣ 200 2 ਮਹੀਨੇ ਦਾ 400 ਤੋਂ ਉੱਪਰ ਜੇ ਕੋਈ ਬਿੱਲ ਕੋਈ ਯੂਨਿਟ ਜਾਂਦੀ ਹੈ ਤਾਂ ਉਹਦਾ ਬਿੱਲ ਆਉਂਦਾ। ਹੁਣ ਅਸੀਂ ਉਹ 600 ਕਰਤੀ ਜਾਨੀ ਕਿ, ਤੇ ਬਾਕੀ ਆਮ ਘਰਾਂ ਨੂੰ ਜਿਹੜੇ ਜਨਰਲ ਘਰ ਨੇ ਉਹਨਾਂ ਨੂੰ ਵੀ 300 ਫਰੀ ਹੈ, ਉਹਨਾਂ ਨੂੰ ਵੀ 300 ਫਰੀ ਹੈ। ਸੋ ਇਹ ਇਦਾਂ ਨਹੀਂ ਹੈਗਾ ਕਿ ਬਸ ਐਂ ਕਹਿਤਾ ਜੀ, ਪੂਰਾ ਪਲਾਨ ਕਰਕੇ ਰੋਡ ਮੈਪ ਬਣਾ ਕੇ ਤਾਂ ਤੁਹਾਨੂੰ ਅਗਲਾ ਟੈਰਿਫ ਵੀ ਦੱਸਾਂਗੇ ਅਗਲੀਆਂ ਆਉਣ ਵਾਲੇ ਦਿਨਾਂ 'ਚ ਕਿ ਕਿੰਨੇ ਰੁਪਏ ਪਿਆ ਕਰੂਗਾ। ਜੇ 1000 ਯੂਨਿਟ ਤੱਕ ਜਾਂਦਾ ਤਾਂ ਕਿੰਨੇ ਰੁਪਏ ਹੋਊਗਾ, ਜੇ 2000 ਯੂਨਿਟ ਤੱਕ ਜਾਂਦਾ ਤਾਂ ਕਿੰਨੀ। ਮਾਨ ਸਾਹਿਬ ਬਿਜਲੀ ਤਾਂ ਅੱਗੇ ਨਹੀਂ ਮਿਲ ਰਹੀ, ਬਿਜਲੀ ਤਾਂ ਕਿਤੇ ਮਿਲੀ ਨਹੀਂ ਰਹੀ, ਬੁਰਾ ਹਾਲ ਹੋਇਆ ਪਿਆ ਇੰਡਸਟਰੀ ਦਾ, ਲੋਕੀ ਸੜਕਾਂ ਤੇ ਆਏ ਹੋਏ ਆ। ਤੁਸੀਂ ਫ੍ਰੀ ਵਾਲੀ ਗੱਲ ਕਰ ਰਹੇ ਹੋ ਕਿ ਇਹ ਕਿੱਥੇ ਪੋਸੀਬਲ ਹੋ ਪਾਏਗਾ? ਅਸੀਂ ਪੈਦਾ ਕਰਾਂਗੇ ਜੀ, ਸਭ ਕੁਝ ਪੋਸੀਬਲ ਹੋ ਜਾਊਗਾ ਜੇ ਰੇਤ ਮਾਫੀਏ ਤੇ ਕੰਟਰੋਲ ਹੋ ਜੇ, ਜੇ ਕੇਬਲ ਮਾਫੀਏ ਤੇ ਕੰਟਰੋਲ ਹੋ ਜੇ, ਜੇ ਟਰਾਂਸਪੋਰਟ ਮਾਫੀਏ ਤੇ ਕੰਟਰੋਲ ਹੋ ਜੇ, ਲੀਕੇਜ ਬੰਦ ਹੋ ਜੇ, ਜੇ ਆ ਜਿਹੜੀ ਰਿਸ਼ਵਤਾਂ ਕਰਪਸ਼ਨਾਂ ਬੰਦ ਹੋ ਜਾਣ, ਸਭ ਕੁਝ ਹੋ ਜਾਊਗਾ। ਦਿੱਲੀ ਨਹੀਂ ਕੀਤਾ ਕੰਟਰੋਲ, ਦਿੱਲੀ 'ਚ ਕੰਟਰੋਲ ਹੋਇਆ। ਔਰ ਫ੍ਰੀ ਮਾਰਕੀਟ ਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ, ਫ੍ਰੀ ਮਾਰਕੀਟ ਦੇ ਵਿੱਚ ਬਿਜਲੀ 2 ਰੁਪਏ ਤੋਂ 2.5 ਰੁਪਏ ਯੂਨਿਟ ਤੱਕ ਅਵੇਲੇਬਲ ਹੈ ਸਾਰੇ ਕੰਟਰੀ 'ਚ। ਹੁਣ ਤਾਂ ਸੋਲਰ એનર્ਜੀ ਆ ਗਈ, ਬਿਜਲੀ ਤਾਂ ਬਹੁਤ ਆਮ ਹੋ ਗਈ। ਪਰ ਇਹਨਾਂ ਦੀਆਂ ਨੀਤਾਂ ਸਾਫ਼ ਨਹੀਂ ਨਾ। ਐਗਰੀਮੈਂਟ ਉਹ ਕਰ ਲਏ ਕਿ ਇੰਨੇ ਪੈਸੇ ਦੀ ਲੈਣੀ ਪੈਣੀ ਹੈ, ਤੇ ਹੁਣ ਕਹਿੰਦੇ ਜੀ ਬਿਹਾਰ ਤੋਂ ਲਾਈਨਾਂ ਖਰਾਬ ਹੋ ਗਈਆਂ, ਆ ਹੋ ਗਿਆ। ਇੱਕ ਆਪ ਜੇ ਧਿਆਨ ਦੇਣ ਬਿਜਲੀ ਮੰਤਰੀ ਸਾਹਿਬ ਤਾਂ ਕਿਤੇ ਲੱਗੇ, ਬਿਜਲੀ ਮੰਤਰੀ ਸਾਹਿਬ ਤਾਂ ਕਦੇ ਪੰਜਾਬ ਵੀ ਨਹੀਂ ਗਏ। ਲੋਕ ਕਹਿੰਦੇ ਨੇ ਅਸੀਂ ਬਿੱਲ ਵੀ ਭਰ ਦਿਆਂਗੇ, ਸਾਨੂੰ ਰੋਜ਼ਗਾਰ ਦਿਓ, ਅਸੀਂ ਬਿੱਲ ਭਰ ਦਿਆਂਗੇ ਜਿੰਨਾ ਮਰਜ਼ੀ ਹੋਊਗਾ, ਸਾਨੂੰ ਫ੍ਰੀ ਨਹੀਂ ਚਾਹੀਦਾ। ਅਸੀਂ ਉਹ ਵਾਲੀ ਫ੍ਰੀ ਨਹੀਂ ਕਹਿੰਦੇ ਜਿਹੜੀ ਇਹ ਕਰਦੇ ਨੇ। ਅਸੀਂ ਉਹ ਕਹਿੰਦੇ ਆ ਕਿ ਅਸੀਂ ਲੋਕਾਂ ਦਾ ਪੈਸਾ ਬਚਾ ਕੇ ਜੇ ਲੋਕਾਂ ਨੂੰ ਕੋਈ ਫੈਸਿਲਿਟੀ ਦੇ ਰਹੇ ਹਾਂ, ਇਹ ਤਾਂ ਕੋਈ ਮੁਫਤਖੋਰੀ ਨਹੀਂ ਹੈਗੀ ਨਾ। ਦਿੱਲੀ ਸਰਕਾਰ ਨੇ 1 ਰੁਪਈਆ ਵੀ ਕਰਜ਼ਾ ਨਹੀਂ ਚੜਨ ਦਿੱਤਾ ਦਿੱਲੀ ਸਟੇਟ ਤੇ, ਠੀਕ ਹੈ ਨਾ। ਇੱਥੇ ਕਰਜ਼ਾ ਲੈ ਕੇ ਜੇ ਤੁਸੀਂ ਆਪਣੇ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦਿੰਦੇ ਹੋ, ਉਹ ਤਾਂ ਫਿਰ ਕਾਹਦੀ ਸਰਦਾਰੀ ਹੈ। ਜੇ ਤੁਹਾਡਾ ਘਰ ਤੁਹਾਡਾ ਆਪਣੇ ਘਰੇ ਇੰਨੇ ਹੈਗੇ ਨੇ ਕਿ ਤੁਸੀਂ ਕੋਈ ਫੈਸਿਲਿਟੀ ਦੇ ਸਕਦੇ ਹੋ। 350 ਕਰੋੜ 'ਚ ਬਣਨ ਵਾਲਾ ਜਿਹੜਾ ਬ੍ਰਿਜ ਹੈ, ਓਵਰ ਬ੍ਰਿਜ, ਉਹਨੂੰ 200 ਕਰੋੜ 'ਚ ਬਣਾਇਆ, 150 ਕਰੋੜ ਬਚ ਗਿਆ, ਉਹਦੇ ਨਾਲ ਦਵਾਈਆਂ ਫ੍ਰੀ ਕਰਤੀਆਂ। 1 ਰੁਪਈਆ ਵੀ ਜਿਹੜਾ ਉਹ ਦਿੱਲੀ ਤੇ ਕਰਜ਼ਾ ਨਹੀਂ ਚੜਿਆ। ਵੈਸੇ ਵੀ ਦੱਸ ਦੇਣਾ ਚਾਹੁੰਦਾ ਮੈਂ, ਅਰਵਿੰਦ ਕੇਜਰੀਵਾਲ IRS ਆਫਿਸਰ, ਇੰਡੀਅਨ ਰੈਵਨਿਊ ਸਰਵਿਸ ਚੋਂ ਇਨਕਮ ਟੈਕਸ ਦਾ ਕਮਿਸ਼ਨਰ, ਉਹਨਾਂ ਦਾ ਸੰਬੰਧ ਹੀ ਇਸ ਗੱਲ ਨਾਲ ਹੁੰਦਾ ਕਿ ਪੈਸਾ ਆਉਂਦਾ ਕਿੱਥੋਂ ਹੈ ਤੇ ਲਾਉਣਾ ਕਿੱਥੇ ਹੈ। ਸੋ ਸਾਰਾ ਪਤਾ ਹੈ। ਨਵਜੋਤ ਸਿੰਘ ਸਿੱਧੂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਸੌਫਟ ਕਿਉਂ ਰਹਿੰਦੀ ਹੈ ਹਮੇਸ਼ਾ ਇਹਨਾਂ? ਜਿਹੜਾ ਤੁਸੀਂ ਬਿਆਨ ਦਿੱਤਾ ਉਸੇ ਤਰੀਕੇ ਦਾ ਬਿਆਨ ਜਿਹੜਾ ਉਹ ਵਿਧਾਇਕ ਦੇ ਰਹੇ ਨੇ ਕਾਂਗਰਸ ਦੇ, ਰਾਜਕੁਮਾਰ ਵੇਰਕਾ ਨੇ ਇਸੇ ਤਰੀਕੇ ਦਾ ਬਿਆਨ ਦਿੱਤਾ ਕਿ ਮੈਂ ਆਪਣਾ ਬਿੱਲ ਦੇ ਰਿਹਾ, ਮੈਂ ਆਪਣਾ ਦੇਖਦਾ। ਨਹੀਂ ਹੋਰ ਕੀ ਕਹੀਏ ਜੀ ਫਿਰ ਮਤਲਬ ਫਿਰ ਗਾਲੋ ਗਾਲੀ ਹੋ ਜੀ, ਹੱਥੋਂ ਪਾਈ ਕਰ ਲਈਏ। ਤੁਸੀਂ ਕੀ ਚਾਹੁੰਦੇ आपने कहा कि मैं लीड करूंगा प्रोटेस्ट, लेकिन इससे पहले भी आपने कई प्रोटेस्ट लीड करे हैं, हम भी आपके साथ कवर करते रहे हैं। कभी भी ऐसा नहीं हुआ कि आपको CM हाउस के पास, चाहे चंडीगढ़ हो चाहे सिस्मा फार्म हाउस हो, जाने दिया गया हो। कल भी ऐसी संभावना कम ही लग रही है क्योंकि वहाँ पर सख्ती पहले से ही काफ़ी ज़्यादा बैरिकेटिंग देखिए। तो आपका क्या रुख रहेगा वहाँ पर? आप चुपचाप शांतिपूर्वक रहेंगे या हम तो कोशिश तो करेंगे। हम कौन सा वहाँ पे कोई हथियार लेके जा रहे हैं या कोई लाठियाँ लेके जा रहे हैं, कोई हमला करने थोड़ी जा रहे हैं। हम तो लोगों की समस्या को मुख्यमंत्री को बताने जा रहे हैं। हम भी इलेक्टेड रिप्रेजेंटेटिव हैं, चुने हुए नुमाइंदे हैं। हमारा फर्ज बनता है कि मेरे संगरूर की, मेरे बरनाला की, मेरे पंजाब की जितनी समस्याएं मैं उनके सामने पेश करूं। ये थोड़ी है कि आपको जाने नहीं दिया जाएगा। इधर अभी पटियाला में तो कभी जाते भी नहीं, पटियाला जाके देख लो, पूरे महल के जो इर्द गिर्द है वो धरने वाले बैठे हैं, स्टूडेंट बैठे हैं, किसान बैठे हैं, नर्सें बैठी हैं, आंगनबाड़ी वाले बैठे हैं, सफाई कर्मचारी बैठे हैं, रोडवेज वाले बैठे हैं। कौन है जो इस वक्त अपने घर पे है? पूरा पंजाब सड़कों पे है, एक ही आदमी है जो अपने घर पे है, कैप्टन अमरिंदर सिंह। सोनू ही नहीं निवेदन ਦਿੱਤਾ ਜਾ ਰਿਹਾ ਤਾਂ ਆਮ ਆਦਮੀ ਨਜ਼ਰ ਆ ਰਹੇ ਨੇ, ਹਰਸਿਮਰਤ ਕੌਰ ਬਾਦਲ ਵੀ ਖੇਤਾਂ 'ਚ ਨਜ਼ਰ ਆ ਰਹੇ ਨੇ, ਝੋਨੇ ਦੇ ਵਿੱਚ ਖੜੇ ਹੋ ਕੇ ਬਿਆਨਬਾਜ਼ੀਆਂ ਕਰ ਰਹੇ ਨੇ ਦੋਵੇਂ ਜਣੇ, ਦੋਹਾਂ ਦੀ ਵੀਡੀਓ ਸਾਹਮਣੇ ਆਈ ਹੈ। ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਣੇ ਖੇਤਾਂ 'ਚ ਵੀ ਨਜ਼ਰ ਆਉਣਗੇ।
ਕਿਉਂਕਿ ਉਹਨਾਂ ਕੋਲ ਕੰਮ ਨਹੀਂ, ਹੋਰ ਕੋਈ ਰਹਿ ਜਾਊਗਾ, ਆਪਦੀ ਖੇਤੀ ਕਰਨੀ ਅੱਛਾ ਪੈਣੀ। ਮਾਨ ਸਾਹਿਬ 2016 ਦੇ ਵਿੱਚ ਸੁਖਬੀਰ ਬਾਦਲ ਨੇ ਮਾਨ ਸਾਹਿਬ ਸੁਖਬੀਰ ਬਾਦਲ ਇੱਕ ਮਿੰਟ ਸੁਖਬੀਰ ਬਾਦਲ ਨੇ ਸਰਕਾਰ ਜਾਣ ਤੋਂ ਪਹਿਲਾਂ ਐਫੀਡੇਵਿਟ ਦਿੱਤਾ ਸੁਪਰੀਮ ਕੋਰਟ ਦੇ ਵਿੱਚ, ਜਿਹੜੇ ਪਾਵਰ ਪਰਚੇਸ ਐਗਰੀਮੈਂਟ ਹੋਏ ਕਿ ਸਾਰੇ ਬੈਨੀਫਿਟ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਦਿੱਤੇ ਗਏ, ਪਰ ਕਾਂਗਰਸ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਰੱਦ ਕਰਕੇ ਹਟਾਂਗੇ, ਸਮਾਂ ਬਹੁਤ ਜ਼ਿਆਦਾ ਨਿਕਲ। ਕਦੋਂ ਰੱਦ ਕਰਨਗੇ? ਹੁਣ ਰੱਦ ਕਰਨ ਦਾ ਵਾਅਦਾ ਮੈਨੀਫੈਸਟੋ ਸੀ, ਕਦੋਂ ਰੱਦ ਕਰਨਗੇ? ਹੁਣ ਟਾਈਮ ਕੀ ਰਹਿ ਗਿਆ? ਹੁਣ ਕੋਰਟ ਜਾਣਗੇ ਜਾਂ ਵਿਧਾਨ ਸਭਾ ਬੁਲਾਉਣਗੇ? ਇਹ ਤਾਂ ਬਹੁਤ ਚਿਰ ਪਹਿਲਾਂ ਕਰ ਦੇਣਾ ਚਾਹੀਦਾ ਸੀ ਇਹ ਕੰਮ। ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਸਾਰੇ ਮਾਫੀਆ ਸੇਮ ਨੇ। ਈਵਨ ਹੋਰ ਗੱਲ ਦੱਸ ਦਿੰਦਾ ਮੈਂ, ਇਹ ਇਹਨਾਂ ਸੁਖਬੀਰ ਬਾਦਲ ਦੀ ਸਰਕਾਰ ਵੇਲੇ ਜਿਹੜੇ ਤਿੰਨੋਂ ਐਗਰੀਮੈਂਟ ਸੀਗੇ, PPA ਕਹਿੰਦੇ ਆ, ਪਾਵਰ ਪਰਚੇਜ ਐਗਰੀਮੈਂਟ, ਇਹ ਤੇ ਪੰਜਾਬ ਸਰਕਾਰ ਵੱਲੋਂ ਸਾਈਨ ਕਿਹਨੇ ਕੀਤੇ ਸੀ? ਸੁਰੇਸ਼ ਕੁਮਾਰ ਨੇ। ਤੇ ਅੱਜ ਦਾ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਕੌਣ ਹੈ? ਸੁਰੇਸ਼ ਕੁਮਾਰ। ਅਫਸਰ ਵੀ ਉਹੀ ਨੇ, ਮਾਫੀਆ ਵੀ ਉਹੀ ਹੈ, ਸਿਰਫ ਉਹ ਹਿੱਸਾਪੱਤੀ ਵਾਲੇ ਰਜਿਸਟਰ ਬਦਲ ਗਏ। ਪਹਿਲਾਂ ਕੋਈ ਰਜਿਸਟਰ ਹੋਰ ਕੱਟਦਾ ਹੁੰਦਾ ਸੀ ਪਰਚੀ, ਹੁਣ ਉਹ ਹੋਰ ਕੱਟਣ ਲੱਗ ਗਿਆ ਪਰਚੀ। ਬਸ ਆਮ ਆਦਮੀ ਪਾਰਟੀ ਆਉਣ ਤੇ ਅਫਸਰ ਬਦਲੇ ਜਾਣਗੇ ਜੀ, ਜਿਹੜੇ ਇਦਾਂ ਦਾ ਕੰਮ ਕਰਦੇ ਨੇ। ਦੇਖੋ ਇਮਾਨਦਾਰੀ ਦੀ ਜੇ ਸਰਕਾਰ ਅਸੀਂ ਕਹਿੰਦੇ ਤਾਂ ਫਿਰ ਇਹੋ ਜਿਹੇ ਜਿਹੜੇ ਜਿਨ੍ਹਾਂ ਨੇ ਕੋਈ ਧੋਖੇ ਕੀਤੇ ਨੇ, ਬਲਕਿ ਨਾਟ ਓਨਲੀ ਬਦਲੇ ਜਾਣਗੇ, ਜਿਨ੍ਹਾਂ ਨੁਕਸਾਨ ਪੰਜਾਬ ਨੂੰ ਹੋਇਆ, ਬਲਕਿ ਜਿਨ੍ਹਾਂ ਪੰਜਾਬ ਲੋਕਾਂ ਦੇ ਪੈਸੇ ਖੂਨ ਪਸੀਨੇ ਦੀ ਕਮਾਈ ਖਜ਼ਾਨੇ ਨੂੰ ਜਿਨ੍ਹਾਂ ਨੁਕਸਾਨ ਹੋਇਆ, ਉਹਦੇ ਪਰਚੇ ਵੀ ਹੋਣੇ ਚਾਹੀਦੇ। ਇੱਕ ਜਿਹੜਾ 500 ਕਰੋੜ ਰੁਪਇਆ ਪੈਡੀ ਸੀਜ਼ਨ ਤੋਂ ਪਹਿਲਾਂ ਸਰਕਾਰ ਨੇ ਜਾਰੀ ਕੀਤਾ ਸੀ, ਹੁਣ ਚਰਚਾ ਇਹ ਹੈ ਕਿ ਹਫ਼ਤਾ ਪਹਿਲਾਂ ਜਿਹੜਾ ਇਹਨਾਂ ਨੇ ਐਗਰੀਮੈਂਟ ਕੀਤਾ ਜਾਂ ਬਿਜਲੀ ਖਰੀਦੀ ਆ, ਉਹ ਵੀ ਮਹਿੰਗੀ ਖਰੀਦੀ ਹੈਗੀ। ਉਹ ਜੀ ਆਪ ਥੋੜੀ ਖਰੀਦਦੇ ਨੇ ਪੰਜਾਬ ਵਾਸਤੇ, ਵਿੱਚੋਂ ਕਮਿਸ਼ਨ ਜਾਂਦੇ ਨੇ ਜੀ, ਕਿਆ ਚੱਕੋ ਜੀ ਮਹਿੰਗੀ। ਹੁਣ ਮੈਂ ਤੁਹਾਨੂੰ ਦੱਸੀ ਜਾਣਾ, ਅਸੀਂ ਤਾਂ ਇੱਥੇ ਜਿਹੜਾ ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਹੈ, ਅਸੀਂ ਉਹ ਤੋਂ 7.5 ਰੁਪਏ ਲੈ ਰਹੇ ਹਾਂ, ਤੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਰਿਲਾਇੰਸ ਦੀ ਬਿਜਲੀ ਹੈ ਉਹ 2.5 ਰੁਪਏ ਅਵੇਲੇਬਲ ਹੈ। ਕਿਉਂ ਫਿਰ ਅਸੀਂ ਇੱਥੋਂ ਤਾਂ ਅਸੀਂ ਆਪਦੇ ਨਾਲ ਤਾਂ ਸਾਡੇ ਪਾਣੀ, ਉਹ ਸਾਡੇ ਵਾਤਾਵਰਨ ਖਰਾਬ ਕਰਦੇ ਆ, ਪਾਣੀ ਉਹਨਾਂ ਦਾ ਸਾਰਾ ਗੰਦਾ ਉਹ ਡੰਪ ਹੁੰਦਾ ਹੈ, ਤੇ ਧੂਆਂ ਜਿਹੜਾ 에ਅਰ ਪੋਲੂਸ਼ਨ ਉਹ ਕੈਂਸਰ ਦਾ ਘਰ ਹੈ, ਤੇ ਨਾਲੇ ਅਸੀਂ ਇਹਨਾਂ ਨੂੰ ਵੱਧ ਪੈਸੇ ਦਈਏ। ਸੋ ਚਿੱਟੇ ਹਾਥੀ ਨੇ। ਤੁਸੀਂ ਦਿੱਲੀ ਮਾਡਲ ਦੀ ਗੱਲ ਕਰਦੇ ਹੋ, ਮਤਲਬ ਨਹੀਂ ਪੰਜਾਬ ਤੇ ਦਿੱਲੀ ਬਹੁਤ ਫਰਕ ਹੈ, ਦਿੱਲੀ ਮਾਡਲ ਕਿਵੇਂ ਲਾਗੂ ਕਰ ਦੋਗੇ? ਮੈਂ ਕਹਿੰਦਾ ਜੀ ਦਿੱਲੀ ਮਾਡਲ ਇੱਥੇ ਲਾਗੂ ਕਰ ਲਈਏ, ਦਿੱਲੀ ਤੋਂ ਵੀ ਵੱਡਾ ਮਾਡਲ ਬਣ ਜਾਊਗਾ। ਨਹੀਂ ਤਾਂ ਕਿਹਾ ਲਾਹਾਂਗੇ ਜੀ, ਕਰਜ਼ਾ ਲਾਹਾਂਗੇ, ਦਿੱਲੀ ਦਾ ਬਜਟ ਡਬਲ ਕਰਤਾ, ਪੰਜਾਬ ਦਾ ਬਜਟ ਵੀ ਲੀਕੇਜ ਬੰਦ ਕਰਕੇ ਡਬਲ ਕਰਾਂਗੇ, ਤੇ ਕਰਜ਼ਾ ਵੀ ਲੈ ਲੂਗਾ, ਸਭ ਕੁਝ ਹੋਊਗਾ। ਬਿਲਕੁਲ ਸਾਡੇ ਕੋਲ ਪਾਣੀ ਹੈ। ਪਹਿਲਾਂ ਮੇਰੇ ਪਿੰਡ ਦੇਖੋ ਨਹਿਰੀ ਸਵਾਲ ਹੈ, ਨਹਿਰੀ ਸਿਸਟਮ ਜਿਹੜਾ ਹੈ ਉਹਨੂੰ ਵੀ ਸੋਧਣਾ ਪਊਗਾ। ਮੇਰੇ ਆਪਣੇ ਪਿੰਡ ਪਹਿਲਾਂ ਮਤਲਬ ਕੱਸੀ ਆਉਂਦੀ ਸੀ, 2-2 ਘੰਟਿਆਂ ਦੀਆਂ ਵਾਰੀਆਂ ਹੁੰਦੀਆਂ ਸੀ। 2 ਘੰਟਿਆਂ 'ਚ ਉਹ ਜਿਹੜੀ ਕੱਸੀ ਹੈ, ਸੂਆ ਪਹਿਲਾਂ ਸੂਏ ਚੋਂ ਕੱਸੀ ਨਿਕਲਦੀ ਹੈ, ਤੇ ਉਹ 2 ਘੰਟਿਆਂ ਦੀ ਵਾਰੀ ਜਿਹੜੀ ਹੈ ਉਹ ਬਹੁਤ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੁੰਦਾ ਫਿਰ 2 ਘੰਟਿਆਂ 'ਚ 2 ਕਿੱਲੇ ਭਰ ਦਿੰਦੇ ਸੀ। 2 ਘੰਟੇ ਫਿਰ ਅਗਲੇ ਦਿਨ ਵਾਰੀ ਆਉਂਦੀ ਸੀ, ਪਾਣੀ ਦੀ ਵਾਰੀ ਜਿਹਨੂੰ ਕਹਿੰਦੇ ਆਪਾਂ। ਅੱਜ ਉਹ ਸਾਰੀਆਂ ਕੱਸੀਆਂ ਜਿਹੜੀਆਂ ਉਹ ਸੁੱਕ ਗਈਆਂ, ਖਤਮ ਹੋ ਗਈਆਂ। ਕੋਈ ਕਿਤੇ ਸੂਏ 'ਚ ਪਾਣੀ ਨਹੀਂ। ਜੇ ਅੱਜ ਕਿਸੇ ਸੂਏ 'ਚ ਜਾਂ ਨਹਿਰ 'ਚ ਜਾਓਗੇ, ਪਾਣੀ ਕਾਲੇ ਰੰਗ ਦਾ ਹੈ, ਕਿਉਂਕਿ ਸਾਰਾ ਫੈਕਟਰੀਆਂ ਦਾ ਗੰਦਮੰਦ ਸ਼ਹਿਰਾਂ ਦਾ ਉਹਨਾਂ ਨੂੰ ਸੁੱਟਿਆ ਜਾਂਦਾ। ਸੋ ਇਸ ਕਰਕੇ ਉਹ ਪੰਜਾਬ ਜਿਹਨੂੰ ਪੰਜ ਪਾਣੀਆਂ ਦਾ ਜਿਹੜੀ ਧਰਤੀ ਕਹਿੰਦੇ ਸੀ, ਅੱਜ ਉਹਦਾ ਪਾਣੀ ਜਿਹੜਾ ਹੈ ਉਹ ਪੀਣ ਵਾਲਾ ਪਾਣੀ ਵੀ ਜ਼ਹਿਰ ਹੈ। ਇੱਥੋਂ ਤੱਕ ਕਿ ਸਤਲੁਜ ਜਿਹਦਾ ਪਾਣੀ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਬਣਾਇਆ ਸੀ, ਉਸ ਦਿਨ ਅੰਮ੍ਰਿਤ ਬਣਾਇਆ ਸੀ 13 ਅਪ੍ਰੈਲ 1699 ਨੂੰ, ਉਹ ਲੁਧਿਆਣੇ ਤੱਕ ਜਾਂਦਾ ਕਾਲਾ ਹੋ ਜਾਂਦਾ। ਭਾਖੜਾ ਨਹਿਰ ਨੀਲੀ ਰਹਿੰਦੀ ਹੈ। ਕਾਰਨ ਕੀ ਹੈ? ਕਿਉਂਕਿ ਭਾਖੜਾ ਨਹਿਰ 'ਚੋਂ ਪਾਣੀ ਪੰਜਾਬ ਦੇ ਵਿੱਚ ਨਿਕਲਦਾ ਹੈ। ਭਾਖੜਾ ਨਹਿਰ ਦੇ ਵਿੱਚ ਪੰਜਾਬ 'ਚੋਂ ਕਿਤੋਂ ਪਾਣੀ ਪੈਂਦਾ ਨਹੀਂ, ਇਸ ਕਰਕੇ ਉਹ ਨੀਲੇ ਰੰਗ ਦੀ ਹੈ ਜਿੱਥੇ ਤੱਕ ਵੀ ਹੈਗੀ ਹੈ। ਸਤਲੁਜ ਤੱਕ ਜਿਹੜਾ ਹੈ ਉਹ ਨੀਲੇ ਰੰਗ ਦਾ ਤੁਰਦਾ ਹੈ ਨੰਗਲ ਤੋਂ, ਤੇ ਲੁਧਿਆਣੇ ਤੱਕ ਜਾਂਦੇ ਕਾਲੇ ਰੰਗ ਦਾ ਹੋ ਜਾਂਦਾ। ਗਾਹਾਂ ਮੁਕਤਸਰ ਜਾ ਕੇ ਅੱਗੇ ਉਹ ਇੱਧਰ ਫਾਜ਼ਿਲਕਾ ਜਾ ਕੇ ਤਾਂ ਬਿਲਕੁਲ ਹੀ ਉਹ ਪਾਣੀ ਹੈ ਜਿਹੜਾ ਮਤਲਬ ਥੱਲੇ ਪੱਤਨਾਂ 'ਚ ਵੀ ਚਲਾ ਗਿਆ। ਸੋ ਇਹ ਚੀਜ਼ਾਂ ਸਾਨੂੰ ਵਾਤਾਵਰਨ ਪ੍ਰੇਮੀ ਸੀਚੇਵਾਲ ਸਾਹਿਬ ਵਰਗੇ ਬੜੇ ਕੰਮ ਕਰਦੇ ਨੇ, ਕੋਸ਼ਿਸ਼ਾਂ ਕਰਦੇ ਨੇ, ਪਰ ਕੋਈ ਚੱਲਦੀ ਹੈ ਉਹਨਾਂ ਦੀ, ਕੋਈ ਪੁੱਛਦਾ ਉਹਨਾਂ ਨੂੰ? ਪੋਲੂਸ਼ਨ ਬੋਰਡ ਕੀ ਕਰਦਾ? ਕੁਝ ਨਹੀਂ ਕਰਦਾ। ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਪੰਜਾਬ ਦੀ ਮੈਂ ਤਾਂ ਕਹਿੰਦਾ ਵੀ ਓਵਰਆਲਿੰਗ ਕਰਨੀ ਪਊਗੀ, ਤਾਂ ਕਿ ਹੋ ਜਾਊਗੀ। ਕੋਈ ਗੱਲ ਨਹੀਂ, ਇਮਾਨਦਾਰ ਦੀ ਸਰਕਾਰ ਚਾਹੀਦੀ ਹੈ। ਪਾਤਰ ਸਾਹਿਬ ਦਾ ਸ਼ੇਰ ਹੈ, ਕੀ ਹੋਇਆ ਜੇ ਪਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ।